ਤਰਕਸ਼ੀਲ ਟੀਵੀ ਵੇਖ ਰਹੇ ਪਿਆਰੇ ਦਰਸ਼ਕੋ, ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਸੋਸ਼ਲ ਮੀਡੀਆ ਦੇ ਵਿੱਚ ਤਰਕਸ਼ੀਲ ਟੀਵੀ ਆਪਣਾ ਇੱਕ ਰੋਲ ਅਦਾ ਕਰ ਰਿਹਾ ਤੇ ਲੋਕਡਾਊਨ ਦੇ ਚੱਲਦਿਆਂ ਇਸ ਟੀਵੀ ਦੇ ਨਾਲ ਬਹੁਤ ਸਾਰੇ ਨਵੇਂ ਦਰਸ਼ਕ ਜੁੜੇ ਨੇ। ਤਰਕਸ਼ੀਲ ਸੋਸਾਇਟੀ ਪੰਜਾਬ ਜਿਹੜੀ ਪਿਛਲੇ 35 ਸਾਲ ਤੋਂ ਵਿਗਿਆਨਕ ਚੇਤਨਾ ਦੀ ਇੱਕ ਲਹਿਰ ਚਲਾ ਰਹੀ ਹੈ, ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ ਤਰਕਸ਼ੀਲ ਲਹਿਰ ਬਾਰੇ, ਸੁਸਾਇਟੀ ਬਾਰੇ, ਇਹਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਨਹੀਂ। ਅੱਜ ਸਾਡੇ ਪਾਸ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਰਜਿੰਦਰ ਭਦੌੜ ਜੀ ਮੌਜੂਦ ਨੇ। ਆਪਾਂ ਉਹਨਾਂ ਨਾਲ ਇਸ ਮਹੱਤਵਪੂਰਨ ਵਿਸ਼ੇ ਤੇ ਗੱਲਬਾਤ ਕਰਾਂਗੇ। ਰਜਿੰਦਰ ਭਦੌੜ ਜੀ, ਸਭ ਤੋਂ ਪਹਿਲਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਇਤਿਹਾਸ ਬਾਰੇ ਜਾਣਕਾਰੀ ਦਿਓ। ਰਾਮਸਵਰਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਉਹ ਸਾਰੇ ਦਰਸ਼ਕਾਂ ਦਾ ਜਿਹੜੇ ਇਸ ਵੇਲੇ ਤਰਕਸ਼ੀਲ ਟੀਵੀ ਨਾਲ ਜੁੜੇ ਹੋਏ ਨੇ। ਤਰਕਸ਼ੀਲ ਸੁਸਾਇਟੀ ਦਾ ਗਠਨ 1984 'ਚ ਹੁੰਦਾ ਹੈ। ਡਾਕਟਰ ਇਬਰਾਹਿਮ ਟੀ ਕਬੂਰ ਦੀ ਕਿਤਾਬ ਵੀ ਗੌਨ ਦਾ ਗੌਡਮੈਨ, ਪ੍ਰੋਗਰੈਸਿਵ ਜਥੇਬੰਦੀਆਂ 'ਚ ਕੰਮ ਕਰਨ ਵਾਲੇ ਬਹੁਤ ਸਾਰੇ ਸਾਥੀਆਂ ਦੀ ਪੜ੍ਹੀ ਹੋਈ ਸੀ। ਇਹ ਕਿਤਾਬ ਦੁਬਾਰੇ 1984 ਦੇ ਵਿੱਚ ਜਦੋਂ ਇੰਗਲਿਸ਼ ਦੇ ਵਿੱਚ ਪੜ੍ਹੀ ਗਈ ਤਾਂ ਇਹਦੀ ਲੋੜ ਮਹਿਸੂਸ ਕੀਤੀ ਗਈ ਕਿ ਇਹ ਪੰਜਾਬੀ 'ਚ ਹੋਵੇ। ਜਦੋਂ ਲੋੜ ਮਹਿਸੂਸ ਕੀਤੀ ਗਈ ਤਾਂ ਇਹਦਾ ਅਨੁਵਾਦ ਸ਼ੁਰੂ ਹੋਇਆ, ਜਿਹੜਾ ਅਨੁਵਾਦ ਤੇ ਦੇ ਪੁਰਸ਼ ਹਾਰ ਗਏ ਕਿਤਾਬ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਕਿਤਾਬ ਦਾ ਅਨੁਵਾਦ ਹੋਣ ਤੋਂ ਬਾਅਦ ਉਸ ਸਮੇਂ ਦੇ ਹਾਲਾਤਾਂ ਅਨੁਸਾਰ ਕੋਈ ਵੀ ਪਬਲਿਸ਼ਰ ਸੀ ਜਿਹੜਾ ਉਹ ਇਹ ਕਿਤਾਬ ਨੂੰ ਛਾਪਣ ਲਈ ਤਿਆਰ ਨਾ ਹੋਇਆ, ਜਿਹਦੇ 'ਚੋਂ ਰੈਸ਼ਨਲਿਸਟ ਸੁਸਾਇਟੀ ਪੰਜਾਬ ਉਸ ਵੇਲੇ ਦਾ ਨਾਂ ਰੱਖ ਕੇ ਕਿਤਾਬ ਜਿਹੜੀ ਸੀ ਉਹ ਛਪਵਾਈ ਗਈ। ਮੁੱਖ ਤੌਰ 'ਤੇ ਕਿਤਾਬ ਦਾ ਅਨੁਵਾਦ ਕਰਨ, ਕਿਤਾਬ ਨੂੰ ਛਪਵਾਉਣ ਦੇ ਵਿੱਚ ਬਰਨਾਲੇ ਦੀ ਜਿਹੜੀ ਮੁੱਖ ਟੀਮ ਸੀ, ਜਾਂ ਬਰਨਾਲੇ ਦੀ ਇੱਕ ਤਰ੍ਹਾਂ ਨਾਲ ਪਹਿਲੀ ਇਕਾਈ ਜਿਹੜੀ ਬਣੀ ਸੀ, ਉਹਦੇ ਜਿਹੜੇ ਸਾਥੀ ਸੀ ਮੇਘਰਾਜ ਮਿੱਤਰ, ਸਰਜੀਤ ਤਲਵਾਰ, ਨਰਿੰਦਰ ਪਿੰਡੀ, ਤੇਜਿੰਦਰ ਸ਼ਹਿਰੀ, ਹਰਿੰਦਰ ਵੱਲੀ, ਅਨੁਰਾਗ ਅਰੋਹੀ, ਸੰਤੋਖ ਟਵਾਣਾ, ਤਾਂ ਹੋਰ ਵੀ ਕਾਫੀ ਸਾਰੇ ਸੱਜਣ ਸੀ ਜਿਨ੍ਹਾਂ ਨੇ ਇਹਦਾ ਅਨੁਵਾਦ ਕਰਨ, ਇਹਨੂੰ ਛਪਵਾਉਣ ਲਈ ਫੰਡਿੰਗ ਕਰਨ ਵਰਗਾ ਜਿਹੜਾ ਸਹਿਯੋਗ ਸੀ ਕੀਤਾ। ਤੇ 1 ਮਈ 1984 ਨੂੰ ਇਹ ਕਿਤਾਬ ਦਿੱਲੀ ਦੇ ਵਿੱਚ ਰਿਲੀਜ਼ ਕੀਤੀ ਗਈ ਸੀ, ਜਿਸ ਤੋਂ ਇੱਕ ਤਰ੍ਹਾਂ ਨਾਲ ਮੋਢਾ ਜਿਹੜਾ ਉਹ ਤਰਕਸ਼ੀਲ ਸੁਸਾਇਟੀ ਦਾ ਵੱਜ ਗਿਆ। ਰਜਿੰਦਰ ਭਦੌੜ ਜੀ, ਦੇਵਪੁਰ ਸ਼ਾਰਗੇ ਪੁਸਤਕ ਦੀ ਪ੍ਰਕਾਸ਼ਨਾ ਤੋਂ ਬਾਅਦ ਤਰਕਸ਼ੀਲ ਸੋਸਾਇਟੀ ਪੰਜਾਬ ਦਾ ਗਠਨ ਹੋਇਆ ਤੇ ਤਰਕਸ਼ੀਲ ਸੋਸਾਇਟੀ ਮੁੱਢਲੇ ਦੌਰ ਦੇ ਵਿੱਚ ਕਿਸ ਉਦੇਸ਼ ਨੂੰ ਲੈ ਕੇ ਇਹਦੀ ਸਥਾਪਨਾ ਹੋਈ ਤੇ ਲੋਕਾਂ ਦਾ ਕੀ ਹੁੰਗਾਰਾ ਰਿਹਾ? ਤਰਕਸ਼ੀਲ ਸੁਸਾਇਟੀ ਜਾਂ ਕਹਿ ਲਓ ਉਸ ਵੇਲੇ ਦੀ ਰੈਸ਼ਨਲਿਸਟ ਸੁਸਾਇਟੀ ਪੰਜਾਬ ਦਾ ਜਿਹੜਾ ਮੁੱਖ ਉਦੇਸ਼ ਸੀ, ਸਭ ਤੋਂ ਪਹਿਲੀ ਗੱਲ ਕਿ ਲੋਕਾਂ ਦੇ ਵਿੱਚ ਅੰਧ ਵਿਸ਼ਵਾਸ, ਵਹਿਮ ਭਰਮ ਬਹੁਤ ਜ਼ਿਆਦਾ ਨੇ, ਕਿ ਉਹ ਸਮਾਜ ਦੇ ਵਿੱਚੋਂ ਦੂਰ ਕੀਤੇ ਜਾਣ। ਦੂਜਾ ਜਿਹੜਾ ਟੀਚਾ ਸੀ ਕਿ ਇਹ ਅੰਧ ਵਿਸ਼ਵਾਸ, ਵਹਿਮ ਭਰਮ ਫੈਲਾਉਣ ਵਾਲੇ ਜਿਹੜੇ ਪਖੰਡੀ ਨੇ, ਉਹ ਤਾਂਤਰਿਕ ਵੀ ਹੋ ਸਕਦੇ ਆ, ਜੋਸ਼ੀ ਵੀ ਹੋ ਸਕਦੇ ਆ, ਬਾਬੇ ਵੀ ਹੋ ਸਕਦੇ ਆ, ਜਿਹੜੇ ਕਹਿੰਦੇ ਸੀ ਕਿ ਉਹਨਾਂ ਕੋਲੇ ਕੋਈ ਗੈਬੀ ਸ਼ਕਤੀਆਂ ਨੇ, ਉਹ ਆਪਦੀਆਂ ਗੈਬੀ ਸ਼ਕਤੀਆਂ ਨਾਲ ਕੁਝ ਵੀ ਸਵਾਰ ਸਕਦੇ ਨੇ, ਕਿਸੇ ਦਾ ਕੁਝ ਵਿਗਾੜ ਸਕਦੇ ਨੇ, ਕਿਸੇ ਦੀ ਜ਼ਿੰਦਗੀ ਨੂੰ ਚੰਗਾ ਕਰ ਸਕਦੇ ਨੇ, ਕਿਸੇ ਦੀ ਜ਼ਿੰਦਗੀ ਨੂੰ ਮਾੜਾ ਕਰ ਸਕਦੇ ਨੇ। ਉਹਨਾਂ ਪਖੰਡੀਆਂ ਨੂੰ ਇੱਕ ਚੁਣੌਤੀ ਦਿੱਤੀ ਕਿ ਉਹ ਆਪਣੀ ਜਿਹੜੀ ਵੀ ਉਹਨਾਂ ਕੋਲ ਕੋਈ ਗੈਬੀ ਸ਼ਕਤੀ, ਤਾਂਤਰਿਕ ਸ਼ਕਤੀ, ਜਾਦੂ ਮੰਤਰ ਦੀ ਸ਼ਕਤੀ ਆ, ਉਹ ਆਪਦੀ ਸ਼ਕਤੀ ਦਾ ਪ੍ਰਗਟਾਵਾ ਧੋਖਾ ਨਾ ਹੋਣ ਦੀਆਂ ਹਾਲਤਾਂ 'ਚ ਲੋਕਾਂ ਦੇ ਸਾਹਮਣੇ ਕਰਨ। ਤੇ ਸੁਸਾਇਟੀ ਨੇ ਉਸ ਵੇਲੇ ਦੀਆਂ ਹਾਲਤਾਂ ਅਨੁਸਾਰ 10,000 ਰੁਪਏ ਦਾ ਨਗਦ ਇਨਾਮ ਰੱਖਿਆ ਸੀ। ਤੀਜੀ ਜਿਹੜੀ ਗੱਲ ਸੀਗੀ ਕਿ ਉਹ ਸਾਡੇ ਲੋਕਾਂ ਦੇ ਅੰਦਰ ਜਿਹੜੀ ਆਪਣੀ ਜ਼ਿੰਦਗੀ ਬਾਰੇ, ਜੀਵਨ ਹਾਲਤਾਂ ਬਾਰੇ ਜਿਹੜਾ ਇੱਕ ਉਹਨਾਂ ਦਾ ਅਕੀਦਾ ਬਣਿਆ ਹੋਇਆ ਸੀ, ਜਾਂ ਕਹਿ ਲਓ ਉਹਨਾਂ ਦੀ ਸੋਚ ਬਣੀ ਹੋਈ ਸੀ, ਉਹਦੇ 'ਚੋਂ ਵੀ ਜਿਹੜੀ ਇੱਕ ਬਹੁਤ ਵੱਡੀ ਖੋਟ ਪਿਛਲੇ ਲੰਬੇ ਸਮੇਂ 'ਚ, ਚਾਹੇ ਉਹ ਹਾਲਤਾਂ ਨੇ ਕਹਿ ਲਓ, ਚਾਹੇ ਉਹ ਬਹੁਤ ਗਿਣੀ ਮਿਥੀ ਸਾਜ਼ਿਸ਼ ਤਹਿਤ ਹਕੂਮਤਾਂ ਨੇ ਕਹਿ ਲਓ ਸਾਡੇ ਸਮਾਜ ਦੇ ਅੰਦਰ ਪਾਈ ਹੋਈ ਹੈ, ਕਿ ਉਹਨਾਂ ਦੀਆਂ ਜ਼ਿੰਦਗੀ ਜਿਉਣ ਦੀਆਂ ਹਾਲਤਾਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ, ਦੁੱਖਾਂ ਤਕਲੀਫਾਂ ਆਉਂਦੀਆਂ ਨੇ, ਉਹ ਅਗਲੇ ਜਾਂ ਪਿਛਲੇ ਜਨਮ ਦੇ ਕੀਤੇ ਹੋਏ ਚੰਗੇ ਮਾੜੇ ਕਰਮਾਂ ਕਰਕੇ, ਧਰੋਂ ਲਿਖੀ ਵਿਉ ਮਾਤਾ ਦੀ ਕਿਸਮਤ ਕਰਕੇ, ਕਿ ਉਹਨਾਂ ਗੱਲਾਂ 'ਤੇ ਨਿਰਭਰ ਕਰਦੀ ਹੈ। ਤੇ ਤਰਕਸ਼ੀਲ ਸੁਸਾਇਟੀ ਇਹ ਸਮਝਦੀ ਹੈ, ਵਿਗਿਆਨਕ ਸੋਚ ਇਹ ਸਮਝਦੀ ਆ ਕਿ ਕਿਸੇ ਵੀ ਸਮਾਜ ਦੇ ਅੰਦਰ ਰਹਿਣ ਵਾਲੇ ਲੋਕਾਂ ਦੀਆਂ ਜੀਵਨ ਹਾਲਤਾਂ ਨੇ ਜਿਹੜੀਆਂ, ਉਹ ਚੰਗੀਆਂ ਜਾਂ ਮਾੜੀਆਂ ਇਸ ਗੱਲ 'ਤੇ ਕੋਈ ਨਿਰਭਰ ਨਹੀਂ ਕਰਦੀਆਂ ਕਿ ਇਹਨਾਂ ਪਿੱਛੇ ਕੋਈ ਅਗਲੇ ਪਿਛਲੇ ਜਨਮਾਂ ਦਾ ਹੱਥ ਹੁੰਦਾ। ਉਹਨਾਂ ਦੀਆਂ ਜੀਵਨ ਹਾਲਤਾਂ
इस समाज ਨੂੰ ਚਲਾ ਰਹੇ ਸੰਚਾਲਿਤ ਕਰ ਰਹੇ ਪੂਰੇ ਇਸ ਰਾਜਨੀਤਿਕ ਆਰਥਿਕ ਸੱਭਿਆਚਾਰਕ ਪੂਰੇ ਸਿਸਟਮ ਦੀ ਦੇਣ ਹੁੰਦੀ ਹੈ। ਜੇ ਅਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਬਣਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਇਸ ਸਿਸਟਮ ਨੂੰ ਸਵਾਰਨਾ ਪੈਣਾ, ਨਾ ਕਿ ਅਸੀਂ ਅਗਲੇ ਪਿਛਲੇ ਜਨਮਾਂ ਨੂੰ ਕਰਮਾਂ ਨੂੰ ਕੋਸੀ ਜਾਈਏ। ਇਸ ਉਦੇਸ਼ ਨੂੰ ਲੈ ਕੇ ਸੁਸਾਇਟੀ ਜਿਹੜੀ ਪਿਛਲੇ 35 ਸਾਲਾਂ ਤੋਂ ਪੂਰਾ ਲਗਾਤਾਰ ਇਸ ਆਪਣੇ ਮਿਸ਼ਨ ਦੇ ਵਿੱਚ ਜੁਟੀ ਹੋਈ ਹੈ। ਰਜਿੰਦਰ ਭਦੌੜ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਵਿਗਿਆਨਕ ਚੇਤਨਾ ਦੇ ਅਤੇ ਸਮਾਜ ਵਿੱਚੋਂ ਅੰਧ ਵਿਸ਼ਵਾਸਾਂ ਦੇ ਖਾਤਮੇ ਦਾ ਵੱਡਾ ਉਦੇਸ਼ ਲੈ ਕੇ ਬਣੀ, ਅਤੇ ਤਰਕਸ਼ੀਲ ਸੁਸਾਇਟੀ ਨੇ ਇਸ ਉਦੇਸ਼ ਦੀ ਪੂਰਤੀ ਲਈ ਕੀ ਸਰਗਰਮੀਆਂ ਸ਼ੁਰੂ ਕੀਤੀਆਂ? ਤਰਕਸ਼ੀਲ ਸੁਸਾਇਟੀ ਨੇ ਇਸ ਉਦੇਸ਼ ਦੀ ਪੂਰਤੀ ਲਈ ਜਦੋਂ ਕਿਤਾਬ ਤੇ ਦੇ ਪੁਰਸ਼ ਹਾਰ ਗਏ ਰਿਲੀਜ਼ ਹੋ ਜਾਂਦੀ ਆ, ਇਹ ਇੱਕ ਇੰਨਾ ਭਖਵਾਂ ਵਿਸ਼ਾ ਸੀਗਾ। ਬਹੁਤ ਸਾਰੇ ਲੋਕੀ ਸੀ ਜਿਹੜੇ ਇਹ ਸਮਝਦੇ ਤਾਂ ਸੀ ਕਿ ਭੂਤਾਂ ਪ੍ਰੇਤ ਨਹੀਂ ਹੁੰਦੇ, ਅੰਧ ਵਿਸ਼ਵਾਸਾਂ ਦਾ ਕੋਈ ਅਸਰ ਨਹੀਂ ਹੁੰਦਾ, ਜਾਂ ਇਹ ਲੋਕ ਐਵੇਂ ਕਰਦੇ ਨੇ। ਪਰ ਇਸ ਕਿਤਾਬ ਨੂੰ ਇੰਨਾ ਜ਼ਿਆਦਾ ਹੁੰਗਾਰਾ ਮਿਲਿਆ ਤੇ ਬਹੁਤ ਜਲਦੀ ਜਿਹੜੇ ਇਹਦੇ ਐਡੀਸ਼ਨ ਸੀ ਉਹ ਛਪਣ ਲੱਗੇ। ਇੱਕ ਜਿਹੜੀ ਹੋਰ ਕਮਾਲ ਦੀ ਗੱਲ, ਜਾਂ ਇਹ ਕਹਿ ਲਓ ਕਿ ਉਹ ਕਮਾਲ ਦੀ ਪ੍ਰਾਪਤੀ ਰਹੀ ਆ, ਗੁਰਸ਼ਰਨ ਭਾਜੀ ਨੇ ਇਸ ਕਿਤਾਬ ਦੇ ਟਾਈਟਲ ਦੇ ਨਾਂ ਤੇ ਦੇ ਪੁਰਸ਼ ਹਾਰ ਗਏ ਇੱਕ ਨਾਟਕ ਲਿਖਿਆ, ਤੇ ਉਹ ਨਾਟਕ ਇੰਨਾ ਪ੍ਰਭਾਵਸ਼ਾਲੀ ਸੀ। ਉਹ ਕਿਤਾਬ ਸਾਰੀ ਕਿਤਾਬ ਦੇ 200-250 ਪੇਜ ਦਾ ਪੂਰਾ ਸਾਰ ਤੱਤ ਉਸ ਨਾਟਕ ਦੇ 45 ਮਿੰਟ ਦੀਆਂ 3 ਝਾਕੀਆਂ 'ਚ ਹੁੰਦਾ ਸੀ। ਤੇ ਜਿਹੜਾ ਨਾਟਕ, ਮੈਂ ਅੱਜ ਇਹ ਗੱਲ ਪੂਰੇ ਦਾਅਵੇ ਨਾਲ ਕਹਿ ਸਕਦਾ ਕਿ ਮਾਛੀਵਾੜਾ ਜੋ ਕਲਾ ਕੇਂਦਰ ਸੀ, ਸਭ ਤੋਂ ਪਹਿਲਾਂ ਉਸ ਨਾਟਕ ਟੀਮ ਨੇ, ਜਿਹ 'ਚ ਮਾਸਟਰ ਤਰਲੋਚਨ ਤੇ ਮਾਸਟਰ ਨਛੱਤਰ ਹੋਣਾ ਦੀ ਅਗਵਾਈ 'ਚ ਬਹੁਤ ਵੱਡੀ ਪੱਧਰ 'ਤੇ ਖੇਡਿਆ ਗਿਆ। ਤੇ ਉਸ ਤੋਂ ਬਾਅਦ ਜਦੋਂ ਮਾਛੀਵਾੜੇ ਵਾਲੀ ਨਾਟਕ ਟੀਮ ਥੋੜ੍ਹੀ ਇੱਧਰ ਉੱਧਰ ਹੋ ਜਾਂਦੀ ਆ, ਤਾਂ ਇਹ ਨਾਟਕ ਜਿਹੜਾ ਸੀ ਆਰਟ ਸੈਂਟਰ ਸਮਰਾਲਾ ਵੱਲੋਂ ਮਾਸਟਰ ਤਰਲੋਚਨ ਦੀ ਨਿਰਦੇਸ਼ਨਾ ਹੇਠ ਸਾਰੇ ਪੰਜਾਬ 'ਚ ਬਹੁਤ ਵੱਡੀ ਪੱਧਰ 'ਤੇ ਖੇਡਿਆ ਗਿਆ, ਤੇ ਕਿਤਾਬ ਦੀ ਡਿਮਾਂਡ ਬਹੁਤ ਵਧੀ। ਤੇ ਇਹਦੇ ਨਾਲ ਹੀ ਕੀ ਹੋਇਆ ਕਿ ਨਵੀਆਂ ਇਕਾਈਆਂ ਸੀ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋਈਆਂ। ਬਰਨਾਲੇ ਦੀ ਇਕਾਈ ਤੋਂ ਬਾਅਦ ਜਿਹੜੀ ਫੌਰੀ ਇਕਾਈ ਬਣਦੀ ਆ ਉਹ ਮਾਛੀਵਾੜਾ ਬਣਦੀ ਹੈ, ਉਸ ਤੋਂ ਬਾਅਦ ਬਰਗਾੜੀ ਬਣਦੀ ਆ, ਉਸ ਤੋਂ ਬਾਅਦ ਇੱਕ ਪੂਰਾ ਸਿਲਸਿਲਾ ਚੱਲ ਪਿਆ। ਤੇ ਜਦੋਂ ਬਹੁਤ ਸਾਰੀਆਂ ਇਕਾਈਆਂ ਬਣ ਗਈਆਂ ਤਾਂ ਠੀਕ ਲਗਭਗ 1 ਸਾਲ ਬਾਅਦ ਦੂਸਰੀ ਕਿਤਾਬ ਸੀ ਜਿਹੜੀ ਗੋਡਸ ਡੈਮਨਸ ਐਂਡ ਸਪਿਰਿਟਸ ਡਾਕਟਰ ਇਬਰਾਹਿਮ ਟੀ ਕਪੂਰ ਦੀ, ਉਹ ਛਪਦੀ ਹੈ। ਠੀਕ ਉਸ ਤੋਂ 1 ਸਾਲ ਬਾਅਦ 1 ਮਈ 1986 ਨੂੰ ਤਰਕਸ਼ੀਲ ਮੈਗਜ਼ੀਨ ਦੀ ਜਿਹੜੀ ਹੈ ਪ੍ਰਕਾਸ਼ਨਾ ਉਹ ਸ਼ੁਰੂ ਕੀਤੀ ਜਾਂਦੀ ਹੈ, ਜਿੱਥੋਂ ਲਗਾਤਾਰ ਜਿਹੜੇ ਸੰਪਰਕ ਵਧਣੇ ਸ਼ੁਰੂ ਹੋਏ। ਤੇ ਉਹ ਮੈਗਜ਼ੀਨ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਲਗਾਤਾਰ ਲਗਭਗ 34 ਸਾਲਾਂ ਤੋਂ ਲਗਾਤਾਰ ਛਪ ਰਿਹਾ, ਤੇ ਔਰ ਬਹੁਤ ਵੱਡੀ ਗਿਣਤੀ 'ਚ ਛਪ ਰਿਹਾ। ਉਸ ਦੇ ਨਾਲ ਦੀ ਨਾਲ ਹੀ ਜਦੋਂ ਹੋਰ ਸਾਹਿਤ ਦੀ ਜਿਹੜੀ ਲੋੜ ਆ ਉਹ ਮਹਿਸੂਸ ਹੋਣ ਲੱਗੀ, ਕਿਉਂਕਿ ਉਦੋਂ ਇਸ ਵੇਲੇ ਵਾਂਗ ਸੋਸ਼ਲ ਮੀਡੀਆ ਦਾ ਯੁੱਗ ਨਹੀਂ ਸੀ। ਜਿਹੜਾ ਕੁਛ ਪੜ੍ਹਿਆ ਜਾਂਦਾ ਸੀ ਉਹ ਕਿਤਾਬ ਜਾਂ ਮੈਗਜ਼ੀਨਾਂ ਦੇ ਰੂਪ 'ਚ ਪੜ੍ਹਿਆ ਜਾਂਦਾ ਸੀ। ਤਾਂ ਫਿਰ ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਹੋਰ ਕਿਤਾਬਾਂ ਲਗਾਤਾਰ ਛਾਪੀਆਂ ਗਈਆਂ। ਲਗਭਗ ਅੱਜ ਜਿਹੜੀ ਗਿਣਤੀ ਆ ਤਰਕਸ਼ੀਲ ਸੁਸਾਇਟੀ ਦੀ ਆਪਣੀ ਪ੍ਰਕਾਸ਼ਨਾਂ ਦੀ, ਉਹ ਲਗਭਗ 52-53 ਕਿਤਾਬਾਂ ਨੇ ਜਿਹੜੀਆਂ ਉਹ ਛਾਪੀਆਂ ਗਈਆਂ। ਦੂਜਾ ਜਿਹੜਾ ਦੇਸ਼ ਦੀ ਪੂਰਤੀ ਲਈ ਸੀ, ਅੰਧ ਵਿਸ਼ਵਾਸਾਂ 'ਚੋਂ ਵਹਿਮਾਂ ਭਰਮਾਂ 'ਚੋਂ ਕੱਢਣ ਲਈ ਲੋਕਾਂ ਦੇ ਵਿੱਚ ਇੱਕ ਗੱਲ ਬਹੁਤ ਜ਼ੋਰ ਨਾਲ ਲੈ ਕੇ ਵੀ ਗਏ, ਜਿਹਨੇ ਸੁਸਾਇਟੀ ਨੂੰ ਇੱਕ ਹੁੰਗਾਰਾ ਵੀ ਦਿੱਤਾ, ਹੁਲਾਰਾ ਵੀ ਦਿੱਤਾ। ਉਹ ਇਹ ਸੀ ਕਿ ਜਦੋਂ ਤਰਕਸ਼ੀਲ ਸੁਸਾਇਟੀ ਇਹ ਕਹਿੰਦੀ ਸੀ ਕਿ ਇਸ ਧਰਤੀ ਦੇ ਉੱਤੇ ਮਰੇ ਹੋਏ ਬੰਦੇ ਦਾ ਕੋਈ ਭੂਤ ਪ੍ਰੇਤ ਜਿੰਨ ਚੜੇਲ ਕੋਈ ਨਹੀਂ ਹੁੰਦੀ, ਤੇ ਲੋਕਾਂ ਦੇ ਸਵਾਲ ਆਉਣ ਲੱਗੇ ਕਿ ਜੇ ਨਹੀਂ ਹੁੰਦੀ ਤੇ ਲੋਕਾਂ ਨੂੰ ਚਿੰਬੜਦੀ ਕਿਵੇਂ ਹੈ। ਤੇ ਜਦੋਂ ਉਸ ਗੱਲ ਦਾ ਆਲਟਰਨੇਟਿਵ ਸੁਸਾਇਟੀ ਨੇ ਦਿੱਤਾ ਤਾਂ ਲੋਕੀ ਤਰਕਸ਼ੀਲ ਸੁਸਾਇਟੀ ਤੋਂ ਸਹਿਯੋਗ ਲੈ ਕੇ ਅਖੌਤੀ ਭੂਤਾਂ ਪ੍ਰੇਤਾਂ ਦੇ ਕੇਸ ਹੱਲ ਕਰਾਉਂਦੇ। ਉਹਦੇ ਨਾਲ ਹੋਰ ਅੱਗੇ ਜਿਹੜਾ ਵਾਧਾ ਸੀ ਇਸ ਮਿਸ਼ਨ ਦੀ ਪ੍ਰਾਪਤੀ ਲਈ ਜਿਹੜਾ ਯਤਨ ਸੀ ਉਹ ਹੋਰ ਸਫਲ ਹੁੰਦੇ ਗਏ। ਕਿਤਾਬਾਂ ਛਪਦੀਆਂ ਗਈਆਂ, ਜਿਵੇਂ ਦੱਸਿਆ ਨਾਟਕ, ਇਹਦੇ 'ਤੇ ਹੋਰ ਨਾਟਕ ਲਿਖੇ ਜਾਣ ਲੱਗੇ, ਉਹ ਖੇਡੇ ਗਏ। ਹੌਲੀ ਹੌਲੀ ਚੱਲਦਿਆਂ ਕਰਦਿਆਂ ਕਿਤਾਬਾਂ ਤੋਂ ਬਾਅਦ ਇੱਕ ਦੌਰ ਇਹੋ ਜਿਹਾ ਵੀ ਆਇਆ ਕਿ ਕਾਰਡੀਓਕੈਸਟ ਸੀ ਜਿਹੜੀ ਉਹ ਇੱਕ ਵਿਸ਼ੇਸ਼ ਤਰਕਸ਼ੀਲ ਮੇਲੇ ਦੀ, ਉਹ ਵੀ ਬਹੁਤ ਵੱਡੀ ਗਿਣਤੀ 'ਚ, ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੂੰ ਪਸੰਦ ਆਈ, ਕੀਤੀ, ਦੇਖੀ ਉਹਨਾਂ ਨੇ, ਸੁਣੀ ਉਹਨਾਂ ਨੇ। ਤੇ ਉਸ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਨੇ, ਕਿਉਂਕਿ ਹੌਲੀ ਹੌਲੀ ਮਾਧਿਅਮ ਦਾ ਯੁੱਗ, ਟੀਵੀ ਦਾ ਯੁੱਗ, ਨੈੱਟ ਦਾ ਯੁੱਗ ਜਿਵੇਂ ਜਿਵੇਂ ਆਉਂਦਾ ਸੀ, ਤਾਂ 2009 ਦੇ ਵਿੱਚ ਤਰਕਸ਼ੀਲ ਸੁਸਾਇਟੀ ਨੇ ਇੱਕ ਟੀਵੀ ਸੀਰੀਅਲ ਤਰਕ ਦੀ ਸਾਣ 'ਤੇ ਵੀ ਤਿਆਰ ਕੀਤਾ, ਜਿਹਦੀਆਂ ਕਿਸ਼ਤਾਂ ਤੁਸੀਂ ਤਰਕਸ਼ੀਲ ਟੀਵੀ 'ਚ ਵੀ ਟੁੱਟਵੇਂ ਰੂਪ 'ਚ ਦੇਖਦੇ ਰਹਿੰਦੇ ਹੋ। ਕੋਸ਼ਿਸ਼ ਕਰਾਂਗੇ ਜਿਹੜੀਆਂ ਕਿਸ਼ਤਾਂ ਜੇ ਨਹੀਂ ਵੀ ਆਈਆਂ ਉਹ ਵੀ ਉਹਦੇ 'ਤੇ ਪਾਈਆਂ ਜਾਣ। ਪੂਰੀਆਂ 13 ਕਿਸ਼ਤਾਂ ਜਲੰਧਰ ਦੂਰਦਰਸ਼ਨ ਨੇ ਉਹ ਦਿਖਾਈਆਂ ਸੀ, ਤੇ ਸਰਦਾਰ ਜੀਤ ਬਾਵਾ ਜੀ ਸਾਡੇ ਡਾਇਰੈਕਟਰ ਸੀਗੇ, ਤੇ ਬਾਕੀ ਸਾਰੇ ਸੱਜਣਾਂ ਦਾ ਬਹੁਤ ਜ਼ਿਆਦਾ ਪੰਜਾਬ 'ਚ ਕੰਮ ਕਰਦੀਆਂ ਨਾਟਕ ਟੀਮਾਂ ਨੇ ਸਹਿਯੋਗ ਦਿੱਤਾ, ਸੁਸਾਇਟੀ ਦੇ ਆਗੂਆਂ ਵਰਕਰਾਂ ਨੇ ਸਹਿਯੋਗ ਦਿੱਤਾ। ਤੇ ਉਹਦੀਆਂ ਹਜ਼ਾਰਾਂ ਕਾਪੀਆਂ ਸੀ ਜਿਹੜੀਆਂ ਉਸ ਸੀਰੀਅਲ ਦੀਆਂ, ਉਹ CD ਤੇ DVD ਦੇ ਰੂਪ 'ਚ ਵੀ ਲੋਕਾਂ ਦੇ ਵਿੱਚ ਚਲੀਆਂ ਗਈਆਂ।
ਇਸ ਤੋਂ ਬਾਅਦ ਹੋਰ ਡਿਮਾਂਡ ਵਧਣ ਨਾਲ ਸੁਸਾਇਟੀ ਦੇ ਅੱਗੇ ਆਪਣੇ ਨਿਸ਼ਾਨੇ ਦੀ ਪੂਰਤੀ ਨਾਲ ਵਿਦਿਆਰਥੀਆਂ ਨੂੰ ਸੰਬੋਧਿਤ ਹੋਣ ਦੇ ਲਈ, ਵਿਦਿਆਰਥੀਆਂ ਦੇ ਵਿੱਚ ਗੱਲਬਾਤ ਕਰਨ ਦੇ ਲਈ, ਲਿਜਾਣ ਦੇ ਲਈ ਜਿਹੜਾ ਸੀਗਾ ਤਰਕਸ਼ੀਲ ਸਾਹਿਤ ਵੈਨ ਦਾ ਇੱਕ ਆਪਾਂ ਕਹਿ ਲਓ ਕਿ ਉਹਦੀ ਪ੍ਰੋਜੈਕਟ ਸੀ, ਉਹ ਤਿਆਰ ਕੀਤਾ ਗਿਆ ਜਨਵਰੀ 2014 ਦੇ ਵਿੱਚ। ਬਹੁਤ ਹੀ ਭਰਵਾਂ ਹੁੰਗਾਰਾ, ਕਮਾਲ ਦਾ ਹੁੰਗਾਰਾ ਸਾਰੇ ਪੰਜਾਬ ਨੇ ਉਸ ਵੈਨ ਨੂੰ ਦਿੱਤਾ। ਉਹ ਵੈਨ ਜਿਹੜੀ ਸਾਡੀ ਵੱਖ-ਵੱਖ ਇਕਾਈਆਂ, ਜ਼ੋਨਾਂ, ਸਟੇਟ ਆਗੂਆਂ ਦੀ ਅਗਵਾਈ ਦੇ ਵਿੱਚ ਵੱਖ-ਵੱਖ ਸਕੂਲਾਂ 'ਚ ਜਾਂਦੀ ਹੈ। ਲਗਭਗ 6 ਸਾਲ ਦੇ ਅੰਦਰ ਉਹਨੇ 50 ਲੱਖ ਰੁਪਏ ਦਾ ਸਾਹਿਤ ਜਿਹੜਾ ਕਾਸਟ ਪ੍ਰਾਈਸ ਤੇ ਹੈ ਉਹ ਉਹਨਾਂ ਵਿਦਿਆਰਥੀਆਂ ਤੱਕ ਦਿੱਤਾ। ਉਸ ਵੈਨ ਦੇ ਅੰਦਰ ਪੂਰੀ ਸਾਹਿਤ ਦੀ ਸਮੱਗਰੀ, ਉਸ ਵੈਨ ਦੇ ਅੰਦਰ ਪੂਰੀ ਜਾਦੂ ਦੀ ਕਿੱਟ, ਜਿਹਦੇ 'ਚ ਸਾਰੀਆਂ ਗੱਲਾਂ ਐਕਸਪਲੇਨ ਕੀਤੀਆਂ ਜਾਂਦੀਆਂ ਕਿ ਜਾਦੂ ਮੰਤਰ ਕੀ ਹੁੰਦਾ, ਭੂਤ ਪ੍ਰੇਤ ਕੀ ਹੁੰਦਾ। ਇਹ ਸਾਰਾ ਜਿਹੜਾ ਸਿਲਸਿਲਾ ਹੈ ਉਹ ਤਰਕਸ਼ੀਲ ਸੁਸਾਇਟੀ ਦੇ ਆਦੇਸ਼ ਦੀ ਪੂਰਤੀ ਲਈ ਪੜਾਅਵਾਰ ਚੱਲਦਾ। ਅਤੇ ਹੁਣ ਪਿਛਲੇ 2 ਸਾਲ ਤੋਂ ਸਾਡੀ ਕੋਸ਼ਿਸ਼ ਸੀ ਕਿ ਤੁਹਾਨੂੰ ਇਸ ਮਾਧਿਅਮ ਰਾਹੀਂ ਰੂਬਰੂ ਹੋਈਏ, ਤੁਹਾਡੇ ਜਿਹੜੇ ਕੁਐਸਚਨਾਂ ਦੇ ਜਵਾਬ ਦਿੰਦੇ ਰਹੀਏ, ਤੁਹਾਡੀ ਤਸੱਲੀ ਕਰਾਉਂਦੇ ਰਹੀਏ ਜਿੰਨੇ ਕੁ ਜੋ ਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਸਮਾਜ ਦੇ ਵਿੱਚੋਂ ਅੰਧ ਵਿਸ਼ਵਾਸ, ਵਹਿਮਾਂ ਭਰਮਾਂ ਦੇ ਇਸ ਖਾਤਮੇ ਨੂੰ ਕਰਦੇ ਕਰਦੇ ਹੁਣ ਅਸੀਂ ਇਸ ਸੋਸ਼ਲ ਮੀਡੀਆ 'ਤੇ ਤਰਕਸ਼ੀਲ TV ਦੇ ਜ਼ਰੀਏ ਇੱਕ ਐਂਟਰੀ ਲਈ ਹੈ। ਅਤੇ ਜਿੰਨਾ ਤੁਹਾਡਾ ਹੰਗਾਰਾ, ਉਮੀਦ ਸਾਨੂੰ ਕਿ ਆਉਣ ਵਾਲੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਹੀ ਤਰਕਸ਼ੀਲ TV ਜਿਹੜਾ ਹੈ ਇੱਕ ਵੱਡੇ ਚੈਨਲਾਂ ਵਿੱਚ ਇਹਦੀ ਤੁਸੀਂ ਗਿਣਤੀ ਸ਼ੁਮਾਰ ਕਰ ਦਿਓਗੇ। ਭਦੌੜ ਜੀ, ਤਰਕਸ਼ੀਲ TV ਦੇ ਦਰਸ਼ਕਾਂ ਨੂੰ ਇਹ ਦੱਸੋ ਕਿ ਤਰਕਸ਼ੀਲ ਸੁਸਾਇਟੀ ਦੇ ਮੁੱਢਲੇ ਦੌਰ 'ਚ ਜਦੋਂ ਤਰਕਸ਼ੀਲ ਸੁਸਾਇਟੀ ਨੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਕਿ ਭੂਤ ਪ੍ਰੇਤ ਦੀ ਕੋਈ ਹੋਂਦ ਨਹੀਂ ਹੁੰਦੀ, ਤਾਂ ਉਸ ਸਮੇਂ ਦੇ ਦੌਰਾਨ ਜਿਹੜਾ ਇਹ ਸਮਾਜ 'ਚ ਅੱਜ ਵੀ ਭਰਮ ਮੌਜੂਦ ਹੈਗਾ ਕਿ ਜਿਹੜੇ ਭੂਤ ਪ੍ਰੇਤ ਜਿਨ੍ਹਾਂ ਲੋਕਾਂ 'ਚ ਆ ਜਾਂਦੇ ਆ ਜੀ, ਤਾਂ ਉਹ ਫਿਰ ਚੇਲਿਆਂ ਦੇ ਕੋਲ ਜਾਂ ਅਖੌਤੀ ਭੂਤ ਪ੍ਰੇਤ ਕੱਢਣ ਵਾਲੇ ਤਾਂਤਰਿਕਾਂ ਦੇ ਕੋਲ ਜਾਂਦੇ ਆ ਅਤੇ ਉਹ ਉਹਨਾਂ ਦਾ ਮਾਨਸਿਕ, ਆਰਥਿਕ ਅਤੇ ਸਰੀਰਕ ਸ਼ੋਸ਼ਣ ਕਰਦੇ ਆ ਜੀ। ਤਾਂ ਤਰਕਸ਼ੀਲ ਸੁਸਾਇਟੀ ਨੇ ਇਸ ਤਰ੍ਹਾਂ ਦੇ ਜਿਹੜੇ ਲੋਕ ਸੀ ਕਥਿਤ ਭੂਤਾਂ ਪ੍ਰੇਤਾਂ ਤੋਂ ਪੀੜਿਤ, ਉਹਨਾਂ ਨੂੰ ਬਚਾਉਣ ਲਈ ਕੀ ਬਦਲ ਦਿੱਤਾ? ਤਰਕਸ਼ੀਲ ਸੁਸਾਇਟੀ ਨੇ ਬਦਲ ਤਾਂ ਸਿੱਧਾ ਸੀ ਕਿ ਅੱਜ ਤਰਕਸ਼ੀਲ ਸੁਸਾਇਟੀ ਇਹ ਦਾਅਵਾ ਕਰਦੀ ਹੈ ਕਿ ਕਿਸੇ ਵੀ ਵਿਅਕਤੀ ਨੂੰ, ਕਿਸੇ ਵੀ ਪਰਿਵਾਰ ਨੂੰ ਇਹ ਲੱਗਦਾ ਹੋਵੇ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਅਖੌਤੀ ਓਪਰੀ ਕਸਰ ਦਾ ਦਖਲ ਹੈ, ਤਰਕਸ਼ੀਲ ਸੁਸਾਇਟੀ ਜੇ ਪਰਿਵਾਰ ਪੂਰਾ ਸਹਿਯੋਗ ਕਰੇ ਤਾਂ ਗਰੰਟੀ ਨਾਲ ਇਹ ਜਿਹੇ ਮਸਲੇ ਆ ਜਿਹੜੇ ਮਨੋਵਿਗਿਆਨਕ ਤੌਰ 'ਤੇ ਸੁਲਝਾਉਣ ਦੇ ਸਮਰੱਥ ਹੈ। ਇਹ ਗੱਲ ਬੜੀ ਕਮਾਲ ਦੀ ਹੈ। ਜਦੋਂ ਸੁਸਾਇਟੀ ਬਣੀ ਆ ਤਜਰਬਾ ਨਹੀਂ ਸੀ ਹੁੰਦਾ। ਜੇ ਕਿਸੇ ਘਰੇ ਰੋੜੇ ਵੱਜਣ ਦਾ, ਅੱਗ ਲੱਗਣ ਦਾ, ਖੂਨ ਦੇ ਛਿੱਟੇ ਡਿੱਗਣ ਦਾ ਵੀ ਕੋਈ ਕੇਸ ਆਉਂਦਾ ਤਾਂ ਅਸੀਂ ਉਦੋਂ ਉਹਨਾਂ ਕੇਸਾਂ ਨੂੰ ਹੱਲ ਕਰਨ ਦੇ ਲਈ ਲਗਾਤਾਰ ਪਹਿਰੇ ਲਾ ਕੇ ਬੈਠਦੇ ਅਤੇ ਪਹਿਰੇ ਲਾ ਕੇ ਅਸੀਂ ਉਸ ਕਰਨ ਵਾਲੇ ਵਿਅਕਤੀ ਨੂੰ ਰੰਗੇ ਹੱਥੀਂ ਫੜਦੇ ਹੁੰਦੇ। ਪਰ ਅੱਜ ਸਥਿਤੀ ਇਹ ਹੈ, ਸਾਡੇ ਮੈਂਬਰਾਂ ਦੇ ਤਜਰਬੇ ਤੋਂ ਇੰਨਾ ਕੁਝ ਸਿੱਖ ਗਏ ਹੈ ਕਿ ਜਦੋਂ ਕਿਸੇ ਪਰਿਵਾਰ ਦਾ ਫੋਨ ਆਉਂਦਾ, ਕਿਸੇ ਪਰਿਵਾਰ ਦਾ ਕੋਈ ਮੈਂਬਰ ਮਿਲਣ ਆਉਂਦਾ, ਉਹ ਆਪਦੇ ਘਰ ਦੀਆਂ ਸਮੱਸਿਆਵਾਂ ਦੱਸਦਾ, ਘਰ ਦੇ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਦੱਸਦਾ, ਤਾਂ ਸਾਰੀ ਕਹਾਣੀ ਸੁਣਨ ਤੋਂ ਬਾਅਦ ਪਤਾ ਲੱਗ ਜਾਂਦਾ ਕਿ ਅਜਿਹੀਆਂ ਘਟਨਾਵਾਂ ਇਸ ਘਰ ਦੇ ਵਿੱਚ ਕਿਉਂ ਵਾਪਰ ਰਹੀਆਂ ਨੇ। ਇਹਦੀਆਂ ਅਜਿਹੀਆਂ ਘਟਨਾਵਾਂ ਕਰਨ ਦੇ ਪਿੱਛੇ ਕਿਹੜਾ ਵਿਅਕਤੀ ਹੈ, ਜਿਹੜਾ ਜਿਉਂਦਾ ਵਿਅਕਤੀ ਹੈ, ਉਹ ਜ਼ਿੰਮੇਵਾਰ ਹੋ ਸਕਦਾ। ਕਿਉਂਕਿ ਸੁਸਾਇਟੀ ਨੇ 35-36 ਸਾਲ ਦੇ ਤਜਰਬੇ 'ਚੋਂ ਇੱਕ ਗੱਲ ਬੜੀ ਪਾ ਲਈ ਹੈ ਕਿ ਇਹਨਾਂ ਘਟਨਾਵਾਂ ਨੂੰ ਜੋ ਕਰਨ ਵਾਲੇ ਵਿਅਕਤੀ ਹੁੰਦੇ ਆ ਉਹ ਮੁੱਖ ਦੋਸ਼ੀ ਨਹੀਂ ਹੁੰਦੇ। 2-4% ਕੇਸਾਂ ਨੂੰ ਛੱਡ ਕੇ 95-96% ਜਿਹੜੇ ਘਟਨਾਵਾਂ ਕਰਨ ਵਾਲੇ ਨੇ ਉਹ ਕਿਸੇ ਨਾ ਕਿਸੇ ਪਰਿਵਾਰਕ ਮਾਹੌਲ ਤੋਂ ਤਣਾਅਗ੍ਰਸਤ ਹੁੰਦੇ ਆ, ਸਟਰੈਸ 'ਚ ਹੁੰਦੇ ਆ, ਜਿਹਦੇ ਕਰਕੇ ਉਹਨਾਂ ਦਾ ਮਾਨਸਿਕ ਤਵਾਜ਼ਨ ਹੈ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਉਹ ਵਿਗੜ ਜਾਂਦਾ, ਜਿਹਦੇ ਕਰਕੇ ਉਹ ਅਜਿਹੀਆਂ ਘਟਨਾਵਾਂ ਕਰਨ ਲੱਗ ਜਾਂਦੇ ਆ। ਅਤੇ ਤਰਕਸ਼ੀਲ ਸੁਸਾਇਟੀ ਅੱਜ ਇਹ ਪੂਰਾ ਬਦਲ ਦਿੰਦੀ ਹੈ। ਤਰਕਸ਼ੀਲ ਸੁਸਾਇਟੀ ਦਾ ਬਰਗਾੜੀ ਵਿਖੇ ਸੈਂਟਰ ਚੱਲਦਾ, ਹਰ ਹਫ਼ਤੇ ਖੁੱਲ੍ਹਦਾ। ਬਰਨਾਲਾ ਵਿਖੇ ਕੇਸ ਅਟੈਂਡ ਹੁੰਦੇ ਆ। ਚੁੱਗੇ ਕਲਾਂ ਬਠਿੰਡੇ ਜ਼ਿਲ੍ਹੇ ਦਾ ਜਿਹੜਾ ਬਠਿੰਡੇ ਜ਼ੋਨ ਦਾ ਸੈਂਟਰ ਚੱਲਦਾ, ਜਾਂ ਵੱਖ-ਵੱਖ ਇਕਾਈਆਂ ਨੇ ਜਿਹੜੀਆਂ ਉਹ ਜਾਂ ਜ਼ੋਨ ਨੇ ਉਹ ਆਪਣੇ ਤੌਰ 'ਤੇ ਸੁਵਿਧਾ ਅਨੁਸਾਰ ਅਜਿਹੇ ਜਿਹੜੇ ਪੀੜਤ ਲੋਕ ਨੇ ਅਖੌਤੀ ਭੂਤਾਂ ਪ੍ਰੇਤਾਂ ਤੋਂ, ਆਤਮਾਵਾਂ ਤੋਂ, ਜਿੰਨ ਚੜੇਲਾਂ ਤੋਂ, ਪੀਰਾਂ ਫਕੀਰਾਂ ਤੋਂ, ਉਹਨਾਂ ਦਾ ਜਿਹੜਾ ਸਮਾਧਾਨ ਆ ਉਹ ਫ੍ਰੀ ਕਰਕੇ ਦਿੰਦੀ ਹੈ। ਰਜਿੰਦਰ ਭਦੌੜ ਜੀ, ਜਦੋਂ ਮਾਨਸਿਕ ਰੋਗ ਮਸ਼ਵਰਾ ਕੇਂਦਰ ਜਿਹੜੇ ਤਰਕਸ਼ੀਲ ਸੁਸਾਇਟੀ ਦੇ ਵੱਖ-ਵੱਖ ਜਿਹੜੀਆਂ ਇਕਾਈਆਂ ਚਲਾਉਂਦੀਆਂ ਜੀ, ਜਦੋਂ ਤਰਕਸ਼ੀਲ ਮਾਨਸਿਕ ਮਸ਼ਵਰਾ ਕੇਂਦਰਾਂ ਦੀ ਗੱਲ ਆਉਂਦੀ ਹੈ ਤਾਂ ਤਰਕਸ਼ੀਲ ਸੁਸਾਇਟੀ ਦੇ ਮਰਹੂਮ ਸਾਬਕਾ ਪ੍ਰਧਾਨ ਕ੍ਰਿਸ਼ਨ ਬਰਗਾੜੀ ਦਾ ਜ਼ਿਕਰ ਆਉਂਦਾ ਜੀ, ਜਿਨ੍ਹਾਂ ਨੇ ਆਪਦੇ ਘਰ ਵਿੱਚ ਮਾਨਸਿਕ ਸਿਹਤ ਕੇਂਦਰ ਖੋਲ੍ਹਿਆ ਅਤੇ ਲੰਮਾ ਸਮਾਂ ਜਿਹੜੇ ਕਥਿਤ ਭੂਤਾਂ ਪ੍ਰੇਤਾਂ ਤੋਂ ਸਤਾਏ ਮਰੀਜ਼ ਸੀਗੇ ਉਹਨਾਂ ਨੂੰ ਰਾਹਤ ਦਿੱਤੀ ਜੀ। ਉਹਨਾਂ ਦੇ ਮਾਨਸਿਕ ਸਿਹਤ ਕੇਂਦਰਾਂ ਬਾਰੇ ਕ੍ਰਿਸ਼ਨ ਬਰਗਾੜੀ ਦਾ ਜਿਹੜਾ ਮੁੱਢਲੇ ਦੌਰ 'ਚ ਕੀ ਰੋਲ ਰਿਹਾ? ਕ੍ਰਿਸ਼ਨ ਬਰਗਾੜੀ
ਪਹਿਲਾ ਉਹਦਾ ਰੋਲ ਸੀ ਕਿ ਉਹ ਸਟੇਟ ਦੇ ਪ੍ਰਧਾਨ ਸੀ ਅਤੇ ਉਹਨਾਂ ਨੇ ਲੰਬਾ ਸਮਾਂ ਤਰਕਸ਼ੀਲ ਸੁਸਾਇਟੀ ਦੀ ਅਗਵਾਈ ਕੀਤੀ। ਸਾਨੂੰ ਜਾਂ ਮੇਰੇ ਵਰਗੇ ਹੋਰ ਜਿਹੜੇ ਵਲੰਟੀਅਰ ਕੰਮ ਕਰਦੇ ਆ ਉਹਨਾਂ ਨੂੰ ਸਿੱਖਿਅਤ ਕੀਤਾ। ਔਰ ਮੈਂ ਇਹ ਸਮਝਦਾ ਵੀ ਅਕੈਡਮਿਕ ਤੌਰ 'ਤੇ ਭਾਵੇਂ ਉਹ ਸਾਡਾ ਪ੍ਰਧਾਨ 10 ਕੁ ਜਮਾਤਾਂ ਹੀ ਪੜ੍ਹਿਆ ਸੀ, ਪਰ ਉਹਦੇ 'ਚ ਕੇਸ ਹੱਲ ਕਰਨ ਦਾ ਟੇਲੈਂਟ ਐਡਾ ਹੀ ਕਮਾਲ ਦਾ। ਕਿਉਂਕਿ ਅਸੀਂ ਵੀ ਜਦੋਂ ਬਰਾਬਰ ਇਹ ਗੱਲ ਕਰਦੇ ਸੀ ਆਪਣੇ ਏਰੀਏ 'ਚ ਕਰਦੇ ਸੀ, ਜਦੋਂ ਕੋਈ ਗੱਲ ਅੜ ਜਾਣੀ ਤਾਂ ਕ੍ਰਿਸ਼ਨ ਨੂੰ ਅਸੀਂ ਯਾਦ ਕਰਦੇ, ਅਤੇ ਇੰਨੀ ਉਹਦੀ ਮੁਹਾਰਤ ਸੀ ਕਿ ਉਹ ਹੱਲ ਕਰਨ ਦੇ ਵਿੱਚ, ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਫੋਰਾ ਲਾਉਂਦਾ ਜਾਂ ਚੁਟਕੀ ਲਾਉਂਦਾ ਸੀ, ਇੰਨੇ ਸਮੇਂ ਦੇ ਵਿੱਚ ਉਹ ਹੱਲ ਕਰ ਦਿੰਦਾ ਸੀ। ਅਤੇ ਉਸ ਤੋਂ ਵੱਡੀ ਉਹਦੀ ਦੇਣ ਜਿਹੜੀ, ਜਿੱਥੇ ਸਾਡਾ ਸਮਾਜ ਜੇ ਕਿਸੇ ਨੂੰ ਕਥਿਤ ਤੌਰ 'ਤੇ ਕੋਈ ਭੂਤ ਪ੍ਰੇਤ ਚਿੰਬੜਿਆ, ਕੋਈ ਸਿਰ ਘੁਮਾਉਂਦਾ ਜਾਂ ਕੋਈ ਸੀਟੀਆਂ ਮਾਰੀ ਜਾਂਦਾ ਜਾਂ ਕੋਈ ਇਹੋ ਜਿਹੀਆਂ ਹਰਕਤਾਂ ਕਰਦਾ ਜਿਹਨੂੰ ਲੱਗਦਾ ਕਿ ਇਹਨੂੰ ਤਾਂ ਭੂਤ ਚੁੰਬੜਿਆ, ਜਿੱਥੇ ਸਾਡਾ ਸਮਾਜ ਉਹਨੂੰ ਹੱਥ ਲਾਉਣ ਤੋਂ ਵੀ ਗਰੇਜ਼ ਕਰਦਾ, ਉੱਥੇ ਉਹ ਆਪ ਨੂੰ ਆਪਦੇ ਘਰੇ ਸੱਦ ਕੇ, ਜਿਹੜਾ ਕਿ ਬਹੁਤ ਛੋਟਾ ਹੀ ਘਰ ਸੀ, ਘਰੇ ਸੱਦ ਕੇ ਉਹਨਾਂ ਨੂੰ ਉੱਥੇ ਉਹ ਰਾਹਤ ਦਿੰਦਾ ਸੀ, ਉਹਨਾਂ ਨੂੰ ਉਹ ਠੀਕ ਕਰਦਾ ਸੀ। ਇਹ ਉਹਦਾ ਕਹਿ ਲਓ ਕਿ ਉਹਦਾ ਇੱਕ ਯੋਗਦਾਨ, ਵਿਲੱਖਣ ਹੀ ਯੋਗਦਾਨ ਹੈ, ਜਿਹਦੇ ਕਰਕੇ ਬਲੱਡ ਕੈਂਸਰ ਨਾਲ 2002 'ਚ ਉਹਨਾਂ ਦੀ ਮੌਤ ਤੋਂ ਬਾਅਦ, ਉਹਨਾਂ ਦਾ ਸਰੀਰ ਦਾਨ ਹੋਣ ਤੋਂ ਬਾਅਦ, ਉਹਨਾਂ ਦੀ ਯਾਦ 'ਚ ਜਿਹੜਾ ਉਹ ਮਨੋਰੋਗ ਮਸ਼ਵਰਾ ਕੇਂਦਰ ਹੈ ਉਹ ਉਦੋਂ ਤੋਂ ਹੀ ਬਰਗਾੜੀ ਵਿਖੇ ਜਿਹੜਾ ਲਗਾਤਾਰ ਬਿਨਾਂ ਨਾਗਾ ਹਰ ਹਫ਼ਤੇ ਖੁੱਲ੍ਹਦਾ। ਅਤੇ ਉਹ ਇਸ ਤਰ੍ਹਾਂ ਦੇ ਜਿਹੜੇ ਪੀੜਤ ਨੇ ਉਹਨਾਂ ਨੂੰ ਜੋ ਸਾਡੇ ਸਮਰੱਥਾ ਹੈ ਉਹਦੇ ਅਨੁਸਾਰ ਆਪਾਂ ਉਹਨੂੰ ਰਾਹਤ ਉਹ ਦਿੰਦਾ ਆ ਰਿਹਾ। ਭਦੌੜ ਜੀ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਤਰਕਸ਼ੀਲ ਸੁਸਾਇਟੀ ਦਾ ਜਿਹੜਾ 35 ਸਾਲ ਦਾ ਸਫ਼ਰ ਆ ਜੀ, ਜਿਹਦੇ ਵਿੱਚ ਚੁਣੌਤੀਆਂ ਵੀ ਆਈਆਂ, ਸੰਕਟ ਵੀ ਆਏ ਜੀ, ਔਕੜਾਂ ਵੀ ਆਈਆਂ ਜੀ, ਤੇ ਵਿਗਿਆਨਕ ਚੇਤਨਾ ਦਾ ਇਹ ਸਫ਼ਰ ਅੱਜ 35 ਸਾਲ ਬਾਅਦ ਕਿੱਥੋਂ ਤੱਕ ਪਹੁੰਚਾ? 35 ਸਾਲਾਂ 'ਚ ਜੇ ਛੋਟੀਆਂ ਛੋਟੀਆਂ ਗੱਲਾਂ ਵੀ ਆਪਾਂ ਕਰੀਏ ਤਾਂ ਇੱਕ ਸਮਾਂ ਅਜਿਹਾ ਸੀ ਜਦੋਂ ਅਸੀਂ ਆਪ ਵੀ ਉਦੋਂ ਉਮਰ ਇਹ ਜਿਹੀ ਸੀ, 24-25 ਸਾਲ ਦੇ ਸੀ ਜਦੋਂ ਸੁਸਾਇਟੀ ਬਣੀ ਹੈ। ਅਧਿਆਪਕ ਹੋਣ ਕਰਕੇ ਵਿਦਿਆਰਥੀਆਂ ਨਾਲ ਬੜਾ ਵਾਹ ਸੀ। ਅਗਰ ਕਿਸੇ ਵਿਦਿਆਰਥੀ ਨੂੰ ਤਰਕਸ਼ੀਲ ਮੈਗਜ਼ੀਨ ਪੜ੍ਹਨ ਨੂੰ ਦਿੰਦੇ, ਉਹਨੂੰ ਕੁਛ ਗੱਲਾਂ ਬਾਤਾਂ ਤੋਂ ਸਿੱਖਿਆ ਦਿੰਦੇ ਕਿ ਆ ਇਸ ਤਰ੍ਹਾਂ ਅੰਧ ਵਿਸ਼ਵਾਸਾਂ ਨੂੰ ਨਹੀਂ ਮੰਨਣਾ, ਟੂਣੇ ਨੂੰ ਨਹੀਂ ਮੰਨਣਾ, ਮੜੀਆਂ ਮਸਾਣਾਂ ਨੂੰ ਨਹੀਂ ਮੰਨਣਾ, ਅਤੇ ਬੱਚਾ ਜਦੋਂ ਘਰੇ ਜਾ ਕੇ ਕੋਈ ਇਹੋ ਜਿਹੀ ਗੱਲ ਕਰਦਾ ਅਤੇ ਮਾਪੇ ਸੀ ਉਹ ਉਲੰਭਾ ਲੈ ਕੇ ਆਉਂਦੇ ਹੁੰਦੇ ਵੀ ਜੀ ਤੁਸੀਂ ਨਾ ਸਾਡੇ ਬੱਚੇ ਨੂੰ ਇਹੋ ਜਿਹੀਆਂ ਗੱਲਾਂ ਨਾ ਸਿਖਾਇਆ ਕਰੋ। ਹੁਣ ਉਲਟਾ ਸਾਡੇ ਵਰਕਰਾਂ ਦੇ ਇੱਕ ਕੰਮ ਨੇ, ਇੱਕ ਸੁਸਾਇਟੀ ਦੀ ਉਸ ਦਿੱਖ ਨੇ, ਇਸ ਵੇਲੇ ਸਥਿਤੀ ਉਲਟਾ। ਹੁਣ ਸਾਡੇ ਕੋਲ ਮਾਪੇ ਆਉਂਦੇ ਆ, ਉਹ ਇਹੀ ਕਹਿੰਦੇ ਆ ਸਾਡੇ ਸੁਸਾਇਟੀ ਦੇ ਮੈਂਬਰਾਂ ਨੂੰ, ਵਰਕਰਾਂ ਨੂੰ, ਮੈਨੂੰ ਵੀ, ਮਾਸਟਰ ਜੀ ਜੇ ਤੁਸੀਂ ਸਾਡੇ ਜਵਾਕ ਨੂੰ ਨਾਲ ਲੈ ਜਾ ਕਰੋ ਇਹਨੂੰ ਵੀ ਅਕਲ ਆ ਜੇ। ਸੋ ਇਹਦੇ ਤੋਂ ਸਾਰਾ ਪ੍ਰਭਾਵ ਆ ਜਿਹੜਾ ਨੋਟ ਕੀਤਾ ਜਾ ਸਕਦਾ। ਦੂਜੀ ਗੱਲ, ਸਮਾਜ ਦੇ ਅੰਦਰ ਕਿਸੇ ਵੀ ਪਿੰਡ 'ਚ ਜਦੋਂ ਵੀ ਕੋਈ ਘਟਨਾ ਹੁੰਦੀ ਆ, ਉੱਥੇ ਜੀ ਨਿੰਮ 'ਚੋਂ ਕੋਈ ਪਾਣੀ ਡਿੱਗਣ ਲੱਗ ਗਿਆ, ਉੱਥੇ ਜੀ ਕਿਸੇ ਦੇ ਅੱਗ ਲੱਗਦੀ ਹੈ ਜੀ, ਇੱਟਾਂ ਰੋੜੇ ਵੱਜਦੇ ਆ, ਜੇ ਕੁਛ ਲੋਕ ਜਿਹੜੇ ਪੁਰਾਤਨ ਵਿਚਾਰਾਂ ਵਾਲੇ ਆ ਉਹ ਕਿਸੇ ਨਾ ਕਿਸੇ ਡੇਰੇ ਦੀ ਦੱਸ ਪਾਉਂਦੇ ਆ, ਬਾਬੇ ਦੀ ਦੱਸ ਪਾਉਂਦੇ ਆ, ਤਾਂ ਅੱਜ ਹਰ ਪਿੰਡ ਵਿੱਚ ਅਜਿਹਾ ਕੋਈ ਨਾ ਕੋਈ ਵਿਅਕਤੀ ਮੌਜੂਦ ਆ ਜਿਹੜਾ ਇਹ ਕਹਿ ਦਿੰਦਾ ਕਿ ਇਹੋ ਜਿਹੀਆਂ ਗੱਲਾਂ, ਇਹੋ ਜਿਹੀਆਂ ਘਟਨਾਵਾਂ ਦਾ ਜਿਹੜਾ ਹੱਲ ਹੈ, ਵਿਗਿਆਨਕ ਹੱਲ ਹੈ, ਮਨੋਵਿਗਿਆਨਕ ਹੱਲ ਹੈ, ਉਹ ਤਰਕਸ਼ੀਲ ਸੁਸਾਇਟੀ ਪੰਜਾਬ ਬਾਖੂਬੀ ਕਰਦੀ ਹੈ। ਇਹ ਪ੍ਰਾਪਤੀ ਹੈ। ਇਸ ਤੋਂ ਅੱਗੇ ਤਰਕਸ਼ੀਲ ਸੁਸਾਇਟੀ ਨੇ 20 ਸਾਲ ਪਹਿਲਾਂ ਬਰਨਾਲਾ ਵਿਖੇ ਆਪਣਾ ਜਿਹੜਾ ਮੁੱਖ ਦਫ਼ਤਰ ਹੈ ਉਹ ਬਣਾਉਣਾ ਸ਼ੁਰੂ ਕੀਤਾ ਸੀ। ਹੌਲੀ ਹੌਲੀ ਬਹੁਤ ਸਾਰੇ ਤੁਸੀਂ ਦਰਸ਼ਕਾਂ ਦਾ ਕਹਿ ਲਓ, ਹਰ ਤਰ੍ਹਾਂ ਦੇ ਸਹਿਯੋਗੀਆਂ ਦੇ ਸਹਿਯੋਗ ਨਾਲ ਪਿਛਲੇ 2015 ਤੋਂ ਲੈ ਕੇ ਉੱਥੇ ਬਹੁਤ ਸੋਹਣਾ ਇੱਕ ਆਫਿਸ, ਸੈਮੀਨਾਰ ਹਾਲ, ਜਿਹਨੂੰ ਆਪਾਂ ਤਰਕਸ਼ੀਲ ਭਵਨ ਦੇ ਨਾਂ ਨਾਲ ਜਾਣਦੇ ਹਾਂ ਸਾਰੇ ਪੰਜਾਬ ਦੇ ਵਿੱਚ, ਉਹ ਬਣਾਇਆ ਗਿਆ, ਜਿਹਦੇ ਲਈ ਮੈਂ ਬਹੁਤ ਹੀ ਜ਼ਿਆਦਾ ਇਸ ਗੱਲ ਲਈ, ਮੈਂ ਹੀ ਨਹੀਂ ਸਾਡੀ ਸਾਰੀ ਸੁਸਾਇਟੀ ਜਿਹੜੀ ਆ, ਸਾਡੇ ਬਾਈ ਭਗਵੰਤ ਦੀ ਜਿਹੜੇ ਇੰਡੀਅਨ ਰੈਸ਼ਨਲਿਸਟ ਐਸੋਸੀਏਸ਼ਨ ਬਰਮਿੰਗਮ ਦੇ ਬਹੁਤ ਜ਼ਿੰਮੇਵਾਰ ਮੈਂਬਰ ਨੇ, ਬਹੁਤ ਵੱਡਾ ਸਹਿਯੋਗ ਉਹਨਾਂ ਨੇ ਉਸ ਭਵਨ ਦੀ, ਉਹ ਸਾਰੀ, ਹੋਰ ਵੀ ਬਹੁਤ ਸਾਰੇ ਸੱਜਣਾਂ ਨੇ ਦਿੱਤਾ। ਕੈਨੇਡਾ ਦੀ ਤਰਕਸ਼ੀਲ ਸੁਸਾਇਟੀ ਆ, ਉਹਨਾਂ ਨੇ ਵੀ ਦਿੱਤਾ। ਪੰਜਾਬ ਦੇ ਅੰਦਰ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਲੱਖਾਂ ਰੁਪਈਆ ਆਪਣੀ ਨਿੱਜੀ ਕਮਾਈ 'ਚ ਉਸ ਦਫ਼ਤਰ ਕਹਿ ਲਓ, ਉਸ ਭਵਨ ਜਾਂ ਤਰਕਸ਼ੀਲ ਸੁਸਾਇਟੀ ਦੀਆਂ ਸਰਗਰਮੀਆਂ ਕਹਿ ਲਓ, ਜਾਂ ਤਰਕਸ਼ੀਲ ਸੁਸਾਇਟੀ ਦੇ ਆਦੇਸ਼ ਨੂੰ ਪੂਰਾ ਕਰਨ ਦੇ ਲਈ ਉਹ ਇੱਕ ਪੱਕਾ ਜਿਹੜਾ ਇਹਦਾ ਹੈ ਆਫਿਸ ਆ ਉਹਦਾ, ਉਹ ਬਰਨਾਲੇ ਦੇ ਵਿੱਚ ਉਸਾਰ ਲਿਆ ਗਿਆ ਹੈ, ਜਿਹਦੇ 'ਚੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਪਾਂ ਹੋਰ ਕੋਸ਼ਿਸ਼ਾਂ ਨੇ ਉਹ ਇਸ ਕਾਰਜ ਨੂੰ ਵਧਾਉਣ ਲਈ ਵਧਾਉਂਦੇ ਜਾਵਾਂਗੇ। ਭਦੌੜ ਜੀ, ਤਰਕਸ਼ੀਲ ਸੁਸਾਇਟੀ ਪੰਜਾਬ ਦਾ ਮੌਜੂਦਾ ਦੌਰ ਦੇ ਵਿੱਚ ਅੱਜ ਕੱਲ੍ਹ ਜਥੇਬੰਦਕ ਢਾਂਚਾ ਕੀ ਆ, ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਸੰਖੇਪ ਵਿੱਚ ਜਾਣਕਾਰੀ ਦਿਓ। ਅੱਜ ਦੇ ਹਿਸਾਬ 'ਚ ਪੂਰੇ ਪੰਜਾਬ ਨੂੰ ਅਸੀਂ 10 ਜ਼ੋਨਾਂ 'ਚ ਵੰਡਿਆ ਹੋਇਆ, ਜਿਹਦੇ 'ਚ ਲਾ ਲਓ ਮਾਝਾ ਜ਼ੋਨ ਅੰਮ੍ਰਿਤਸਰ ਜਿਹਦਾ ਹੈੱਡਕੁਆਟਰ ਹੈ, ਨਵਾਂ ਸ਼ਹਿਰ ਹੈ, ਜਲੰਧਰ ਹੈ, ਲੁਧਿਆਣਾ ਹੈ, ਚੰਡੀਗੜ੍ਹ ਹੈ, ਪਟਿਆਲਾ ਹੈ, ਮਾਨਸਾ ਹੈ, ਬਠਿੰਡਾ ਹੈ, ਫਾਜ਼ਿਲਕਾ ਹੈ, ਬਰਨਾਲਾ ਹੈ। ਉਹਨਾਂ ਦੇ ਵਿੱਚ ਜਥੇਬੰਦਕ ਤੌਰ 'ਤੇ ਮੁਖੀ ਲਾਏ ਹੋਏ ਨੇ,
ਜਿਹੜੇ ਪੂਰੇ ਸਾਡੇ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਹੁੰਦੇ ਨੇ। 10 ਉਹਨਾਂ ਜ਼ੋਨਾਂ ਦੇ ਮੁਖੀ ਨੇ। 10 ਮੁਖੀ ਹੀ ਅਸੀਂ ਸਾਡੀ ਸੰਸਥਾ ਦਾ ਜੋ ਜਥੇਬੰਦਕ ਢਾਂਚਾ ਹੈ, ਜੋ ਇਹਦਾ ਸੰਵਿਧਾਨ ਹੈ, ਉਹਦੇ ਅਨੁਸਾਰ ਡਿਪਾਰਟਮੈਂਟ ਬਣੇ ਹੋਏ ਨੇ। 10 ਡਿਪਾਰਟਮੈਂਟ ਨੇ ਜਿਨ੍ਹਾਂ ਦੇ 10 ਦੇ ਹੀ ਹੈੱਡ ਨੇ। ਜਿਵੇਂ ਮੈਂ ਜਥੇਬੰਦਕ ਤੌਰ 'ਤੇ ਵਿਭਾਗ ਹੈ ਜਿਹੜਾ ਜਥੇਬੰਦੀ ਦੇ ਇਕਾਈਆਂ ਨੂੰ ਕਹਿ ਲਓ, ਜਥੇਬੰਦਕ ਸਿਸਟਮ ਨੂੰ ਦੀ ਦੇਖ ਰੇਖ ਕਰਦਾ ਹੈ, ਉਹਦਾ ਮੁਖੀਆਂ। ਇਸੇ ਤਰ੍ਹਾਂ ਹੀ ਸਾਡੇ ਕੋਲ ਮਾਸਟਰ ਅਜੈਬ ਜਲਾਲ ਰਾਣਾ ਜੀ ਨੇ, ਉਹ ਮੀਡੀਆ ਦੇ ਨੇ। ਰਾਮ ਸਵਰਨ ਲੱਖੇਵਾਲੀ ਜੀ ਤੁਹਾਡੇ ਕੋਲ ਸਾਹਿਤ ਵਿਭਾਗ ਹੈ। ਇਸੇ ਤਰ੍ਹਾਂ ਮਾਸਟਰ ਤਰਲੋਚਨ ਜੀ ਨੇ ਸਮਰਾਲੇ ਤੋਂ, ਉਹ ਸਾਡੇ ਸੱਭਿਆਚਾਰਕ ਵਿਭਾਗ ਦੇ ਮੁਖੀ ਨੇ। ਹਰਚੰਦ ਭਿੰਡਰ ਜੀ ਨੇ ਪਟਿਆਲੇ ਤੋਂ, ਸਾਡੇ ਕੌਮੀ ਤੇ ਕੌਮਾਂਤਰੀ ਤਾਲਮੇਲ ਵਿਭਾਗ ਦੇ ਮੁਖੀ ਨੇ। ਹੇਮਰਾਜ ਸਟੈਨੋ ਜੀ ਨੇ, ਜੇ ਸਾਰਾ ਇਹਦਾ ਵਿੱਤ ਦਾ ਜਿਹੜਾ ਸਿਸਟਮ ਹੈ ਉਹਨੂੰ ਵੇਖਦੇ ਨੇ, ਉਹਦੇ ਮੁਖੀ ਨੇ। ਬਲਵੀਰ ਚੰਦ ਲੌਂਗੋਵਾਲ ਜੀ ਨੇ, ਹਰਿੰਦਰ ਲਾਲੀ ਜੀ ਨੇ। ਇਸ ਤਰ੍ਹਾਂ ਕਰਕੇ ਸਾਡੇ ਇਹ ਜਿਹੜੇ ਸੁਖਵਿੰਦਰ ਵਾਘਪੁਰ ਜੀ ਨੇ, ਉਹ ਸਾਰਾ ਪ੍ਰਿੰਟਿੰਗ ਦਾ ਕੰਮ ਦੇਖਦੇ ਨੇ। 10 ਮੈਂਬਰ ਉਹ ਤੇ 10 ਹੀ ਜੋ ਉਹਨਾਂ ਦੇ ਮੁਖੀ ਸਾਡੀ ਵਰਕਿੰਗ ਕਮੇਟੀ ਹੈ। 10 ਹੀ ਸਟੇਟ ਦੇ ਹੈਡਸ ਦੀ ਇੱਕ ਐਗਜ਼ੈਕਟਿਵ ਬੋਡੀ ਹੈ ਜਿਹੜੀ ਇਸ ਸਾਰੇ ਕੰਮ ਦੀ ਕਹਿ ਲਓ ਕਿ ਪਾਲਿਸੀ ਦੇ ਤੌਰ 'ਤੇ ਸਾਰੇ ਦੀ ਦੇਖ ਰੇਖ ਕਰਦੀ ਹੈ। ਇਸ ਤੋਂ ਬਿਨਾਂ ਪਿੰਡ ਪੱਧਰ ਦੇ ਉੱਤੇ ਇਕਾਈਆਂ ਦਾ ਗਠਨ ਕੀਤਾ। ਕਿਸੇ ਜ਼ੋਨ ਦੇ ਵਿੱਚ 4 ਇਕਾਈਆਂ ਨੇ, 5 ਇਕਾਈਆਂ ਨੇ, 10 ਇਕਾਈਆਂ ਨੇ। ਉਹ ਇਕਾਈਆਂ ਇੱਕ ਪਿੰਡ ਲੈਵਲ 'ਤੇ ਵੀ, ਇੱਕ ਪਿੰਡ ਤੋਂ ਵੱਧ ਵੀ ਜਿਹੜੇ ਮੈਂਬਰ ਆ ਉਹਨਾਂ 'ਚ ਹੁੰਦੇ ਨੇ। ਘੱਟੋ ਘੱਟ ਤਰਕਸ਼ੀਲ ਸੁਸਾਇਟੀ ਦੀ ਇੱਕ ਇਕਾਈ ਬਣਾਉਣ ਦੇ ਲਈ 10 ਮੈਂਬਰਾਂ ਦਾ ਹੋਣਾ ਜ਼ਰੂਰੀ ਨੇ। ਇਸ ਵੇਲੇ ਲਗਭਗ 1100 ਜਿਹੜਾ ਪਰਮਾਨੈਂਟ ਵਰਕਰ ਮੈਂਬਰ ਹੈ ਜਿਹੜਾ ਇਹਦਾ, ਉਹ ਪੂਰੇ ਪੰਜਾਬ ਦੇ ਵਿੱਚ ਐਕਟਿਵ ਹੈ। ਇਸੇ ਤਰ੍ਹਾਂ ਹੀ ਪੰਜਾਬ ਦੇ ਵਾਂਗੂ ਹੀ ਆਪਾਂ ਕਹਿ ਲਓ ਕਿ ਜਿਵੇਂ ਹਰਿਆਣੇ ਦੀ ਤਰਕਸ਼ੀਲ ਸੁਸਾਇਟੀ ਆ, ਉਹ ਵੀ ਪੰਜਾਬ ਦੀ ਤਰਕਸ਼ੀਲ ਸੁਸਾਇਟੀ ਦੇ ਨਾਲ ਸਹਿਯੋਗ ਕਰਕੇ ਕਹਿ ਲਓ ਜਾਂ ਦੇਖ ਰੇਖ ਦੇ ਵਿੱਚ ਚੱਲਦੀ ਹੈ। ਮੈਗਜ਼ੀਨ ਵੀ ਹਰਿਆਣਾ ਦੀ ਤਰਕਸ਼ੀਲ ਸੁਸਾਇਟੀ ਤੇ ਪੰਜਾਬ ਦੀ ਤਰਕਸ਼ੀਲ ਸੁਸਾਇਟੀ ਹੈ ਜਿਹੜੀ, ਉਹ ਰਲ ਕੇ ਤਰਕਸ਼ੀਲ ਪੱਥ ਦੇ ਨਾਂ 'ਤੇ ਅਸੀਂ ਉਹ ਛਾਪਦੇ ਹਾਂ। ਤਰਕਸ਼ੀਲ ਸੁਸਾਇਟੀ ਦਾ ਮੈਗਜ਼ੀਨ ਤਰਕਸ਼ੀਲ ਹੈ ਜੋ ਪੰਜਾਬੀ ਦੇ ਵਿੱਚ ਛਪਦਾ। ਇਸੇ ਤਰ੍ਹਾਂ ਹੀ ਦੂਜੇ ਵੀ ਕਹਿ ਲਓ ਕਿ ਜਿਸ ਤਰ੍ਹਾਂ ਇੰਗਲੈਂਡ ਹੈ, ਕੈਨੇਡਾ ਹੈ, ਉੱਥੇ ਵੀ ਇਸੇ ਤਰਜ਼ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਜਿਹੜੀਆਂ ਪੂਰਨ ਤੌਰ 'ਤੇ ਤਰਕਸ਼ੀਲ ਸੁਸਾਇਟੀ ਦੇ ਨਾਲ ਜੁੜ ਕੇ ਸਹਿਯੋਗ ਦਿੰਦੀਆਂ ਨੇ, ਸਹਿਯੋਗ ਲੈਂਦੀਆਂ ਨੇ। ਇਸੇ ਤਰ੍ਹਾਂ ਹੀ ਪੂਰੇ ਭਾਰਤ ਪੱਧਰ 'ਚ ਜਿਹੜੀਆਂ ਵੀ ਇਸ ਤਰ੍ਹਾਂ ਦੇ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ, ਉਹਨਾਂ ਦੇ ਆਧਾਰਿਤ ਜਿਹੜੀ ਹੈ ਉਹ ਇੱਕ ਫੀਰਾ ਨਾਂ ਦੀ ਸੰਸਥਾ ਭਾਰਤ ਪੱਧਰ ਦੀ ਬਣੀ ਆ। ਉਹਦੀ ਵੀ ਤਰਕਸ਼ੀਲ ਸੁਸਾਇਟੀ ਬਕਾਇਦਾ ਮੈਂਬਰ ਹੈ। ਜਿਹੜੀਆਂ ਵੀ ਨੈਸ਼ਨਲ ਇੰਟਰਨੈਸ਼ਨਲ ਗਤੀਵਿਧੀਆਂ ਹੁੰਦੀਆਂ ਉਹਦੇ 'ਚ ਤਰਕਸ਼ੀਲ ਸੁਸਾਇਟੀ ਦੇ ਜਿਹੜੇ ਡੈਲੀਗੇਟ ਆ ਉਹ ਸਮੇਂ-ਸਮੇਂ 'ਤੇ ਭਾਗ ਲੈਂਦੇ ਰਹਿੰਦੇ। ਪਿਆਰੇ ਦਰਸ਼ਕੋ, ਇਹ ਸਨ ਪੰਜਾਬ ਦੀ ਤਰਕਸ਼ੀਲ ਸੁਸਾਇਟੀ ਪੰਜਾਬ ਤੇ ਤਰਕਸ਼ੀਲ ਵਿਗਿਆਨਕ ਚੇਤਨਾ ਲਹਿਰ ਦੇ ਅਣਥਕ ਰਾਹੀ ਮਾਸਟਰ ਰਜਿੰਦਰ ਭਦੌੜ ਜੀ, ਜਿਨ੍ਹਾਂ ਤੋਂ ਤੁਸੀਂ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਇਤਿਹਾਸ ਬਾਰੇ ਮਹੱਤਵਪੂਰਨ ਜਾਣਕਾਰੀ ਸੁਣੀ। ਮੈਂ ਰਾਮ ਸਵਰਨ ਲੱਖੇਵਾਲੀ, ਤਰਕਸ਼ੀਲ ਟੀਵੀ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਅਗਲਾ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।